जी आया नूं प्यारे विद्यार्थियों। 7वीं जमात की अंग्रेजी की किताब माई इंग्लिश कंपेनियन उसका लैसन नंबर 10 अ होल इन दी फेंस अर्थात जंगले विच वाड़ विच एक सुराख उसकी एक्टिविटीज़ नंबर 10 एंड 11 जिन्हां दा सिरलेख है लर्निंग टू लिसन स्पीक अर्थात सुनन दी सुन के समझण दी अते बोलन दी सिखलाई। वो इस वीडियो ਵਿੱਚ ਕਰਨ ਜਾ ਰਹੇ ਹਾਂ। बड़ी रोचक ਤੇ ਗਿਆਨ ਭਰਪੂਰ ਐਕਟੀਵਿਟੀਜ਼ ਨੇ। ਸੋ ਤੁਸੀਂ ਬੜੇ ਧਿਆਨ ਦੇ ਨਾਲ ਸੁਣੋ, ਨੋਟਬੁੱਕ ਲੈ ਲਓ, ਪੈਨ ਲੈ ਲਓ, ਸਾਰੀ ਗੱਲਾਂ ਨੂੰ ਨੋਟ ਕਰ ਲਓ ਤੇ ਮਗਰੋਂ ਦੀ ਇਹਨਾਂ ਐਕਟੀਵਿਟੀਜ਼ ਨੂੰ ਆਪਣੇ ਤੌਰ ਤੇ ਬਿਨਾਂ ਦੇਖੇ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਤੇ ਪਿਆਰੇ ਵਿਦਿਆਰਥੀਓ, ਇਸੀ ਚੈਨਲ ਦੇ ਉੱਤੇ ਤੁਹਾਡੀ 7ਵੀਂ ਜਮਾਤ ਦੀ ਇੱਕ ਹੋਰ ਪਲੇਲਿਸਟ ਹੈ 7th ਮੈਥ, ਜਿਹਦੇ ਵਿੱਚ ਤੁਹਾਡੇ ਮੈਥ ਦੇ ਸਾਰੇ ਸਵਾਲ ਹੱਲ ਕਰਕੇ ਸਮਝਾ ਕੇ ਪਾਏ ਜਾ ਰਹੇ ਹਨ। ਸੋ ਤੁਹਾਡੀ ਮੈਥ ਦੀ ਲੋੜ ਵੀ ਇਸੀ ਚੈਨਲ ਤੋਂ ਪੂਰੀ ਹੋ ਜਾਏਗੀ। ਬਾਕੀ ਤੁਹਾਡੀ ਵੱਡੀ ਕਲਾਸਾਂ 8ਵੀਂ 9ਵੀਂ 10ਵੀਂ ਦੇ ਵੀ ਸਾਇੰਸ ਮੈਥ ਇੰਗਲਿਸ਼ ਦੇ ਵਿਸ਼ੇ ਨੇ। ਜੇ ਤੁਹਾਡੇ ਘਰ ਵਿੱਚ ਤੁਹਾਡੇ ਕੋਈ ਭੈਣ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਇਹਨਾਂ ਕਲਾਸਾਂ 'ਚ ਪੜ੍ਹਦੇ ਹੋਣ ਤੇ ਉਹਨਾਂ ਨੂੰ ਵੀ ਇਸ ਚੈਨਲ ਬਾਰੇ ਜ਼ਰੂਰ ਦੱਸੋ। ਸੋ ਆਓ ਸ਼ੁਰੂ ਕਰੀਏ। ਸੋ ਐਕਟੀਵਿਟੀ ਨੰਬਰ 10 ਕਹਿੰਦੀ ਲਿਸਨ ਟੂ ਯੋਰ ਟੀਚਰਸ ਇੰਸਟਰਕਸ਼ਨ ਹੁੰਦੀ ਹਿਦਾਇਤ ਤੇ ਇੰਸਟਰਕਸ਼ਨਸ ਨੇ ਹਿਦਾਇਤਾਂ। ਆਪਣੇ ਟੀਚਰ ਦੀਆਂ ਹਿਦਾਇਤਾਂ ਨੂੰ ਸੁਣੋ। ਔਨ ਹਾਊ ਟੂ ਗਰੋ ਅ ਪਲਾਂਟ ਅਰਥਾਤ ਇੱਕ ਬੂਟਾ ਕਿਵੇਂ ਉਗਾਈਦਾ ਹੈ, ਬੂਟਾ ਕਿਵੇਂ ਲਾਈਦਾ ਹੈ। ਫਿਰ ਕਹਿੰਦੇ ਟਰਾਈ ਟੂ ਰਾਈਟ ਐਜ਼ ਯੂ ਲਿਸਨ, ਜਿਵੇਂ ਜਿਵੇਂ ਤੁਸੀਂ ਸੁਣਦੇ ਹੋ ਟੀਚਰ ਨੂੰ ਤੁਸੀਂ ਸੁਣ ਕੇ ਉਹ ਨੋਟਸ ਬਣਾਈ ਜਾਣੇ ਨੇ, ਲਿਖਣਾ ਹੈ। ਠੀਕ ਹੈ, ਇਹ ਐਕਟੀਵਿਟੀ ਹੈ। ਆਫਟਰ 5 ਮਿੰਟਸ ਅਰਥਾਤ 5 ਮਿੰਟ ਮਗਰੋਂ ਯੂਅਰ ਟੀਚਰ ਵਿਲ ਸਪੀਕ ਅਗੇਨ, ਤੁਹਾਡੇ ਅਧਿਆਪਕ ਮੁੜ ਕੇ ਫਿਰ ਬੋਲਣਗੇ। ਕੰਪਲੀਟ ਯੂਅਰ ਐਕਟੀਵਿਟੀ, ਆਪਣੀ ਐਕਟੀਵਿਟੀ ਨੂੰ ਸੰਪੂਰਨ ਕਰੋ ਵਾਈਲ ਲਿਸਨਿੰਗ ਟੂ ਦੀ ਪ੍ਰੋਸੈਸ ਦੀ ਸੈਕਿੰਡ ਟਾਈਮ, ਤੇ ਦੂਜੀ ਵਾਰ ਸੁਣ ਕੇ ਉਹਦੀ ਜਿਹੜੀ ਪ੍ਰਕਿਰਿਆ ਹੈ ਇਸ ਐਕਟੀਵਿਟੀ ਦੀ ਬੂਟੇ ਨੂੰ ਉਗਾਉਣ ਦੀ, ਉਹਨੂੰ ਪੂਰਾ ਕਰੋ। ਆਓ ਦੇਖੀਏ। ਹੁਣ ਉਹ ਤੇ ਤੁਹਾਡੇ ਸਕੂਲ ਵਿੱਚ ਤੁਹਾਡੇ ਟੀਚਰ ਵੀ ਕਰਨਗੇ ਤੇ ਜੋ ਇਹਦੇ ਤਿਆਰ ਬਣੇਗਾ ਉਹ ਮੈਂ ਤੁਹਾਡੇ ਲਈ ਤਿਆਰ ਕਰ ਦਿੱਤਾ ਹੈ। ਕਹਿੰਦੇ ਯੂ ਵਿਲ ਨੀਡ, ਹੁਣ ਬੂਟਾ ਉਗਾਉਣ ਲਈ ਤੁਹਾਨੂੰ ਕਿਹਨਾਂ ਚੀਜ਼ਾਂ ਦੀ ਲੋੜ ਹੈ। ਕਹਿੰਦੇ ਯੂ ਵਿਲ ਨੀਡ, ਤੁਹਾਨੂੰ ਲੋੜ ਪਏਗੀ ਪਹਿਲਾਂ ਸੀਡਸ ਆਫ ਯੋਰ ਚੋਇਸ। ਆਫ ਯੋਰ ਚੋਇਸ ਮੈਨੇ ਤੁਹਾਡੀ ਪਸੰਦ ਦੇ, ਤੁਹਾਡੇ ਮਨਪਸੰਦ ਬੀਜ ਲੈ ਲੈਣੇ ਨੇ। ਸਚ ਐਜ਼ ਪੰਪਕਿਨ ਸੀਡਸ, ਪੰਪਕਿਨ ਹੁੰਦੇ ਕੱਦੂ, ਕੱਦੂ ਦੇ ਬੀਜ। ਸਨਫਲਾਵਰ ਸੀਡਸ, ਸਨਫਲਾਵਰ ਦੇ ਸੂਰਜਮੁਖੀ, ਸੂਰਜਮੁਖੀ ਦੇ ਸੀਡਸ। ਲੀਮਾ ਬੀਨਸ, ਬੱਚਿਓ ਇਹ ਵੀ ਇੱਕ ਫਲੀਆਂ ਦੇ ਬੀਜ ਹੁੰਦੇ ਨੇ, ਜਿਹੜਾ ਅਮਰੀਕਾ ਕੰਟਰੀ ਹੈ ਉਹਦੇ ਦੱਖਣੀ ਹਿੱਸੇ ਵਿੱਚ ਉਗਦੇ ਨੇ। ਠੀਕ ਹੈ। ਪਿੰਟੋ ਬੀਨਸ, ਇਹ ਵੀ ਅਮਰੀਕਾ ਦੇ ਦੱਖਣੀ ਹਿੱਸੇ 'ਚ ਉਗਾਏ ਜਾਂਦੇ ਨੇ। ਇਹ ਦੋਨਾਂ ਦੀ ਫੋਟੋ ਮੈਂ ਤੁਹਾਨੂੰ ਦਿਖਾ ਦੇਵਾਂਗਾ ਹੁਣੀ, ਤਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਪਤਾ ਲੱਗ ਜਾਏ। ਠੀਕ ਹੈ। ਗੁੱਡ ਕੁਆਲਿਟੀ ਸੋਇਲ, ਗੁੱਡ ਕੁਆਲਿਟੀ ਸੋਇਲ ਦਾ ਮਤਲਬ ਕਿ ਚੰਗੀ ਗੁਣਵੱਤਾ ਵਾਲੀ ਮਿੱਟੀ, ਮਿੱਟੀ ਵੀ ਚੰਗੀ ਵਧੀਆ ਚਾਹੀਦੀ ਹੈ ਜਿਹਦੇ 'ਚ ਬੂਟੇ ਉਗ ਸਕਣ। ਆ ਕੰਟੇਨਰ, ਇੱਕ ਭਾਂਡਾ ਜਾਂ ਕੋਈ ਡੱਬਾ, ਕੋਈ ਗਮਲਾ ਚਾਹੀਦਾ ਟੂ ਹੋਲਡ ਦੀ ਸੋਇਲ, ਜੋ ਮਿੱਟੀ ਨੂੰ ਆਪਣੇ ਅੰਦਰ ਟਿਕਾ ਸਕੇ। ਐਂਡ ਯੋਰ ਸੀਡਸ, ਅਤੇ ਉਹਦੇ ਵਿੱਚ ਬੀਜ ਪਾਏ ਜਾ ਸਕਣ। ਵਾਟਰ, ਪਾਣੀ ਚਾਹੀਦਾ ਹੈ। ਲਾਈਟ, ਰੋਸ਼ਨੀ। ਐਂਡ ਹੀਟ, ਗਰਮੈਸ਼ ਚਾਹੀਦੀ ਹੈ। ਕਹਿੰਦੇ ਨਾਓ ਰਾਈਟ ਆਲ ਦੀ ਸਟੈਪਸ ਵਿਦ ਦੇਅਰ ਡਿਸਕ੍ਰਿਪਸ਼ਨ ਇਨ ਦੀ ਗ੍ਰਿਡ ਗਿਵਨ ਬਿਲੋ, ਅਰਥਾਤ ਹੁਣ ਸਾਰੇ ਸਟੈਪ ਜਿਹੜੇ ਨੇ ਜੋ ਟੀਚਰ ਨੇ ਤੁਹਾਨੂੰ ਦੱਸਿਆ ਉਹ ਸੁਣ ਕੇ ਉਹ ਲਿਖਣੇ ਨੇ ਤੇ ਉਹ ਮੈਂ ਤੁਹਾਡੇ ਲਈ ਤਿਆਰ ਕਰ ਦਿੱਤੇ ਨੇ। ਆਓ ਦੇਖੀਏ। ਪਹਿਲੇ ਦੇਖੀਏ ਬੱਚੋ ਲੀਮਾ ਬੀਨਸ, ਇਹਦਾ ਚਿੱਟੇ ਰੰਗ ਦੇ ਹੁੰਦੇ ਨੇ, ਲੀਮਾ ਬੀਨਸ ਇਹਨੂੰ ਕਹਿੰਦੇ ਨੇ। ਤੇ ਇਹ ਜਿੱਦਾਂ ਸਾਡੇ ਚਿੱਤਰੇ ਰਾਜਮਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹ ਪਿੰਟੋ ਬੀਨਸ ਇਹਨੂੰ ਕਹਿੰਦੇ ਨੇ। ਠੀਕ ਹੈ। ਸੋ ਇਹ ਪਿੰਟੋ ਬੀਨਸ ਨੇ, ਇਹ ਲੀਮਾ ਬੀਨਸ ਨੇ, ਇੱਕ ਕਿਸਮ ਦੀ ਫਲੀਆਂ ਦੇ ਬੀਜ ਹੁੰਦੇ ਨੇ। ਠੀਕ ਹੈ। ਇਹ ਤੁਹਾਡੀ ਮੈਂ ਫੋਟੋ ਦਿਖਾ ਦਿੱਤੀ ਹੈ ਤਾਂ ਕਿ ਤੁਹਾਨੂੰ ਆਈਡੀਆ ਲੱਗ ਜਾਏ ਕਿ ਲੀਮਾ ਬੀਨਸ ਤੇ ਪਿੰਟੋ ਬੀਨਸ ਕੀ ਹੁੰਦੇ ਨੇ। ਆਓ ਅੱਗੇ ਚਲੀਏ। ਸੋ ਪਹਿਲਾ ਸਟੈਪ ਹੈਗਾ ਫਿਲ ਦੀ ਕੰਟੇਨਰ ਵਿਦ ਸੋਇਲ, ਅਰਥਾਤ ਪਹਿਲਾਂ ਜਿਹੜਾ ਡੱਬਾ, ਗਮਲਾ, ਜੋ ਵੀ ਤੁਹਾਡੇ ਕੋਲ ਹੈ, ਭਾਂਡਾ ਹੈ, ਉਹਨੂੰ ਮਿੱਟੀ ਦੇ ਨਾਲ ਭਰੋ। ਫਿਰ ਕਹਿੰਦੇ ਪਲਾਂਟ ਦੀ ਸੀਡਸ ਇਨ ਦੀ ਸੋਇਲ, ਤੇ ਮਿੱਟੀ ਦੇ ਵਿੱਚ ਜਿਹੜੇ ਬੀਜ ਹੈਗੇ ਨੇ ਉਹਨਾਂ ਨੂੰ ਬੀਜ ਦੇਵੋ। ਠੀਕ ਹੈ। ਫਿਰ ਕੀ ਕਹਿੰਦੇ ਕੀਪ ਦੀ ਕੰਟੇਨਰ ਇਨ ਅ ਵਾਰਮ ਪਲੇਸ, ਜਿਹੜਾ ਕੰਟੇਨਰ ਹੈ, ਡੱਬਾ ਹੈ, ਉਹਨੂੰ ਕਿਸੇ ਨਿੱਘੇ ਥਾਂ ਤੇ ਜਿੱਥੇ ਗਰਮੈਸ਼ ਹੋਵੇ ਉੱਥੇ ਰੱਖੋ। ਕਹਿੰਦੇ ਸਨਲਾਈਟ ਇਜ਼ ਗੁੱਡ, ਧੁੱਪ ਦੀ ਜਿਹੜੀ ਧੁੱਪ ਹੈ ਬੜੀ ਜ਼ਰੂਰੀ ਹੈ, ਚੰਗੀ ਹੈ। ਬਟ ਅਵੋਇਡ ਟੂ ਮਚ ਡਾਇਰੈਕਟ ਸਨਲਾਈਟ, ਪਰ ਸਿੱਧੀ ਰੋਸ਼ਨੀ ਨਾ ਪਵੇ ਉੱਤੇ, ਨਹੀਂ ਤੇ ਮਿੱਟੀ ਪੂਰੀ ਸੁੱਕ ਜਾਏਗੀ ਇੱਕੋਦਮ। ਸਿੱਧੀ ਗਰਮੈਸ਼ ਵਿੱਚ, ਖਾਸ ਤੌਰ ਤੇ ਗਰਮੀਆਂ ਦੇ ਮੌਸਮ 'ਚ ਹੈ ਤੇ ਉਹ 'ਚ ਸਿੱਧੀ ਜਿਹੜੀ ਰੋਸ਼ਨੀ ਹੈ, ਸਿੱਧੀ ਧੁੱਪ ਹੈ, ਉਹ ਤੋਂ ਬਚਾ ਕੇ ਰੱਖੋ। ਠੀਕ ਹੈ। ਫਿਰ ਕੀਪ ਦੀ ਸੋਇਲ ਮੋਇਸਟ, ਮੋਇਸਟ ਮੈਨੇ ਸਿੱਲੀ, ਗਿੱਲੀ। ਠੀਕ ਹੈ। ਕੀਪ ਦਾ ਮੋਇਸਟ ਸੋਇਲ ਬਾਈ ਵਾਟਰਿੰਗ ਇਟ ਐਵਰੀ ਡੇ, ਰੋਜ਼ ਉਹਨੂੰ ਪਾਣੀ ਦੇਵੋ, ਪਾਣੀ ਦੇ ਕੇ ਮਿੱਟੀ ਨੂੰ ਗਿੱਲਾ ਰੱਖੋ। ਬੀ ਕੇਅਰਫੁਲ, ਪਰ ਸਾਵਧਾਨ ਰਹੋ, ਨੋਟ ਟੂ ਯੂਜ਼ ਟੂ ਮਚ ਵਾਟਰ,
ਵੀ ਲੋੜ ਤੋਂ ਵੱਧ ਪਾਣੀ ਨਾ ਵਰਤਿਆ ਜਾਵੇ। ਇਹ ਨਾ ਕਿ ਪਾਣੀ ਪੂਰਾ ਭਰਦੇ ਤੇ ਉੱਤੇ ਤਰ ਵੀ ਜਾਵੇ ਤੇ ਮਿੱਟੀ ਪਾਣੀ 'ਚ ਡੁੱਬ ਜਾਏ। ਮਿੱਟੀ ਨੂੰ ਗਿੱਲੀ ਰੱਖਣਾ ਹੈ, ਪਰ ਲੋੜ ਤੋਂ ਵੱਧ ਪਾਣੀ ਵੀ ਨਹੀਂ ਵਰਤਣਾ, ਠੀਕ ਹੈ। ਫਿਰ ਰਿਕਾਰਡ ਯੂਰ ਆਬਜ਼ਰਵੇਸ਼ਨਸ, ਫਿਰ ਤੁਸੀਂ ਉਹਨੂੰ ਦੇਖੋ ਰੋਜ਼ ਤੇ ਆਪਣੇ ਨੋਟਸ ਬਣਾਓ ਵੀ ਉਸ ਭਾਂਡੇ ਵਿੱਚ ਕਿਹੜੀ ਕਿਹੜੀ ਤਬਦੀਲੀਆਂ ਆ ਰਹੀਆਂ ਨੇ। ਆਬਜ਼ਰਵੇਸ਼ਨ ਤੁਸੀਂ ਨਿਰੀਖਣ ਕਰੋ, ਉਹਦਾ ਦੇਖੋ, ਜੋ ਤੁਹਾਨੂੰ ਦੇਖਣ 'ਚ ਆ ਰਿਹਾ ਉਹਦੇ ਨੋਟਸ ਬਣਾਓ ਵੀ ਅੱਜ ਕੀ ਹੋਇਆ, ਅੱਜ ਕੀ ਹੋਇਆ। ਐਜ਼ ਦੀ ਸੀਡਸ ਜਰਮੀਨੇਟ, ਜਦੋਂ ਜਿਹੜੇ ਬੀਜ ਨੇ ਜਰਮੀਨੇਟ ਮੈਨੇ ਉਹ ਪੁੰਗਰਦੇ ਨੇ। ਜਰਮੀਨੇਟ ਦਾ ਮਤਲਬ ਹੁੰਦਾ ਹੈ ਬੀਜ ਦਾ ਪੁੰਗਰ ਕੇ ਬੂਟੇ ਦੇ ਵਿੱਚ ਤਬਦੀਲ ਹੋਣਾ, ਉਹਨੂੰ ਕਹਿੰਦੇ ਜਰਮੀਨੇਟ, ਇਸ ਕਿਰਿਆ ਨੂੰ ਕਹਿੰਦੇ ਨੇ। ਐਂਡ ਗਰੋ, ਅਤੇ ਵੱਧਦੇ ਨੇ। ਸੀਡਲਿੰਗਸ, ਸੀਡਲਿੰਗ ਹੁੰਦਾ ਬੱਚੋ ਪਲਾਂਟ, ਛੋਟਾ ਬੂਟਾ, ਜਿਹੜਾ ਬਹੁਤ ਛੋਟਾ ਬੂਟਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਸੀਡਲਿੰਗ। ਬਿਗਿਨ ਟੂ ਸਪਰਾਊਟ ਫਰੋਮ ਦੀ ਸੀਡਸ, ਤੇ ਤੁਸੀਂ ਦੇਖੋਗੇ ਜਿਹੜੇ ਨਿੱਕੇ ਜਿਹੇ ਬੂਟੇ ਨੇ ਉਹ ਬੀਜਾਂ ਦੇ ਵਿੱਚੋਂ ਬਾਹਰ ਪੁੰਗਰ ਕੇ ਆਣੇ ਸ਼ੁਰੂ ਹੋ ਜਾਣਗੇ, ਠੀਕ ਹੈ। ਇਹ ਤੇ ਹੈਗੇ ਨੇ ਬੱਚੋ ਸਟੈਪਸ ਸਾਰੇ, ਠੀਕ ਹੈ। ਹੁਣ ਅੱਗੇ ਕਹਿੰਦੇ ਲਰਨਿੰਗ ਟੂ ਸਪੀਕ, ਅਗਲੀ ਐਕਟੀਵਿਟੀ ਨੰਬਰ 11। ਹੁਣ ਅਸੀਂ ਬੋਲਣਾ ਹੈ, ਇਹ ਤੇ ਅਸੀਂ ਸਟੈਪ ਲਿਖ ਲਏ। ਲਰਨਿੰਗ ਟੂ ਲਿਸਨ, ਸੁਣ ਕੇ ਅਸੀਂ ਇਹ ਸਟੈਪ ਲਿਖ ਲਏ। ਹੁਣ ਲਰਨਿੰਗ ਟੂ ਸਪੀਕ, ਕਹਿੰਦੇ ਐਕਟੀਵਿਟੀ ਨੰਬਰ ਪੇਅਰ ਵਰਕ, ਇਹ 'ਚ ਤੁਸੀਂ ਆਪਣਾ ਇੱਕ ਸਾਥੀ ਲੈਣਾ ਤੇ ਕਹਿੰਦੇ ਬੇਸਡ ਔਨ ਯੂਰ ਲਿਸਨਿੰਗ ਐਕਟੀਵਿਟੀ, ਕਹਿੰਦੇ ਜਿਹੜੀ ਲਿਸਨਿੰਗ ਐਕਟੀਵਿਟੀ ਜਿਹੜੀ ਉੱਪਰ ਅਸੀਂ ਕੀਤੀ ਹੈ ਉਹਦੇ ਆਧਾਰ ਤੇ ਐਂਡ ਯੂਰ ਨੋਟਸ, ਤੇ ਜਿਹੜੇ ਤੁਸੀਂ ਨੋਟਸ ਬਣਾਏ ਨੇ, ਆਬਜ਼ਰਵੇਸ਼ਨਸ ਕੀਤੀਆਂ ਇਨ ਦੀ ਗ੍ਰਿਡ ਅਬਵ, ਜਿਹੜੇ ਉੱਪਰ ਨੋਟਸ ਬਣਾਏ ਨੇ, ਡਿਸਕਸ ਵਿਦ ਯੂਰ ਪਾਰਟਨਰ, ਆਪਣੇ ਸਾਥੀ ਨਾਲ ਚਰਚਾ ਕਰੋ। ਕਿਹਦੇ ਬਾਰੇ? ਦੀ ਪ੍ਰੋਸੈਸ ਆਫ ਹਾਊ ਅ ਸੀਡ ਬਿਕਮਸ ਪਲਾਂਟ। ਉਹਨਾਂ ਅੰਗਰੇਜ਼ੀ ਵਿੱਚ ਚਰਚਾ ਕਰਨੀ ਹੈ ਕਿ ਇੱਕ ਜਿਹੜਾ ਬੀ ਹੈਗਾ ਉਹ ਬੂਟੇ ਦਾ ਰੂਪ ਕਿਵੇਂ ਲੈਂਦਾ ਹੈ, ਇੱਕ ਬੀਜ ਬੂਟਾ ਕਿਵੇਂ ਬਣਦਾ ਹੈ। ਕਹਿੰਦੇ ਯੂ ਕੈਨ ਆਲਸੋ ਟੇਕ ਹਿੰਟਸ ਫਰੋਮ ਦੀ ਡਾਇਗਰਾਮ ਗਿਵਨ ਬਿਲੋ। ਹੁਣ ਥੱਲੇ ਡਾਇਗਰਾਮ ਹੈ, ਅਗਲੀ ਸਲਾਈਡ ਵਿੱਚ ਤੁਹਾਨੂੰ ਦਿਖਾਵਾਂਗਾ। ਕਹਿੰਦੇ ਇਹ ਡਾਇਗਰਾਮ ਦੇਖ ਕੇ ਤੁਹਾਨੂੰ ਇਸ਼ਾਰਾ ਮਿਲ ਜਾਏਗਾ, ਤੁਹਾਨੂੰ ਆਈਡੀਆ ਲੱਗ ਜਾਏਗਾ ਵੀ ਬੀਜ ਤੋਂ ਬੂਟਾ ਕਿਵੇਂ ਬਣਦਾ ਹੈ। ਆਓ ਦੇਖੀਏ, ਪਹਿਲਾਂ ਹੁਣ ਅਸੀਂ ਡਾਇਗਰਾਮ ਨੂੰ ਸਟੱਡੀ ਕਰਾਂਗੇ ਤੇ ਫਿਰ ਇਸ ਸਾਰੀ ਗੱਲ ਨੂੰ ਅਸੀਂ ਲਿਖਾਂਗੇ। ਇਹ ਦੇਖੋ ਬੱਚੇ, ਮਿੱਟੀ ਹੈਗੀ ਹੈ ਭੂਰੇ ਰੰਗ ਦੀ, ਬਰਾਊਨ ਰੰਗ ਦੀ ਮਿੱਟੀ ਹੈਗੀ ਹੈ। ਇਹ ਡੱਬਾ, ਜਿੱਦਾਂ ਡੱਬੇ ਦਾ ਹਿੱਸਾ ਹੈ ਉੱਪਰ ਮਿੱਟੀ ਪਈ ਹੈ, ਅਸੀਂ ਬੀਜ ਬੀਜਿਆ ਇੱਕ ਜਿੱਦਾਂ। ਫਿਰ ਪਾਣੀ ਪਾਉਂਦੇ ਗਏ ਤੇ ਪਾਣੀ ਜਿਹੜਾ ਹੈ ਇਹ ਬੀਜ ਦੇ ਵਿੱਚ ਬਹੁਤ ਬਹੁਤ ਬਰੀਕ ਸੁਰਾਖ ਹੁੰਦੇ ਨੇ, ਬਹੁਤ ਸਾਰੇ ਬਰੀਕ ਸੁਰਾਖ। ਅਸੀਂ ਬੱਚੇ ਤੁਸੀਂ ਘਰ ਵਿੱਚ ਦੇਖੋ, ਤੁਸੀਂ ਛੋਲੇ ਭਿਉਂਦੋ ਤੇ ਛੋਲੇ ਫੁੱਲ ਕੇ ਵੱਡੇ ਹੋ ਜਾਂਦੇ ਨੇ, ਹੋ ਜਾਂਦੇ ਕਿ ਨਹੀਂ ਹੁੰਦੇ? ਉਹ ਛੋਲੇ ਫੁੱਲ ਕੇ ਵੱਡੇ ਕਿਉਂ ਹੋ ਗਏ? ਅਰਥਾਤ ਛੋਲਿਆਂ ਦੇ ਵਿੱਚ ਪਾਣੀ ਚਲਾ ਗਿਆ ਹੈ। ਤੇ ਪਾਣੀ ਕਿੱਦਾਂ ਗਿਆ? ਇਹਦਾ ਮਤਲਬ ਉਹ 'ਚ ਕੋਈ ਪ੍ਰਵੇਸ਼ ਦਾ ਸਾਧਨ ਹੋਏਗਾ ਨਾ ਪਾਣੀ ਜਾਣ ਦਾ। ਉਹ ਸੁਰਾਖ ਸਾਨੂੰ ਨਜ਼ਰ ਨਹੀਂ ਆਉਂਦੇ, ਉਹ ਬਹੁਤ ਬਰੀਕ ਹੁੰਦੇ ਨੇ, ਜਿੱਦਾਂ ਸਾਡੀ ਚਮੜੀ 'ਚ ਵੀ ਪੋਰਸ ਹੈਗੇ ਨੇ ਜਿਹਨਾਂ ਰਾਹੀਂ ਪਸੀਨਾ ਬਾਹਰ ਆਉਂਦਾ ਹੈ, ਪਰ ਉਹ ਸਾਨੂੰ ਨਜ਼ਰ ਨਹੀਂ ਆਉਂਦੇ। ਇਸੇ ਤਰ੍ਹਾਂ ਇਹ ਜਿਹੜਾ ਬੀਜ ਦੀ ਉੱਪਰਲਾ ਜਿਹੜੀ ਪਰਤ ਹੈਗੀ ਇਹ 'ਚ ਬਹੁਤ ਬਹੁਤ ਬਰੀਕ ਸੁਰਾਖ ਹੁੰਦੇ ਨੇ, ਉਹਨਾਂ ਰਾਹੀਂ ਪਾਣੀ ਅੰਦਰ, ਪਾਣੀ ਤੁਸੀਂ ਮਿੱਟੀ 'ਚ ਪਾਇਆ ਤੇ ਮਿੱਟੀ ਰਾਹੀਂ ਪਾਣੀ ਇਸ ਗਿਆ ਤੇ ਫੁੱਲ ਗਿਆ। ਫੁੱਲ ਕੇ ਫਿਰ ਕੀ ਹੋਇਆ? ਇਹ ਫੁੱਟ ਗਿਆ, ਫੁੱਲ ਕੇ ਬਾਹਰ ਆ ਗਿਆ, ਬਸਟ ਹੋ ਗਿਆ ਤੇ ਇਹਦੇ ਜੜ ਬਾਹਰ ਆ ਗਈ। ਦੇਖੋ ਜੜ ਹੋਰ ਫੈਲੀ, ਜੜ ਵੱਡੀ ਹੋਈ, ਇਹਨੇ ਆਪਣੀ ਥਾਂ ਬਣਾਈ ਮਿੱਟੀ ਦੇ ਵਿੱਚ। ਤੇ ਫਿਰ ਇਹ ਹੁਣ ਕੀ ਹੋਇਆ, ਜਿਹੜੇ ਜੜ ਵੱਡੀ ਗਈ ਤੇ ਫਿਰ ਇਹ ਇੱਕ ਤਣਾ ਬਣ ਗਿਆ, ਤਣਾ। ਤੇ ਤਣਾ ਫਿਰ ਕੀ ਹੋਇਆ, ਇਹ ਨਿਕਲ ਕੇ ਜਿਹੜੇ ਉੱਪਰ ਉੱਠਿਆ, ਇਹ 'ਚ ਹੋਰ ਤਾਕਤ ਮਿਲੀ, ਹੋਰ ਪਾਣੀ ਮਿਲਿਆ, ਇਹਨੂੰ ਖੁਰਾਕ ਮਿਲੀ ਤੇ ਇਹ ਉੱਠ ਕੇ ਬਾਹਰ ਆ ਗਿਆ। ਇਹ ਦੇਖੋ ਤਣਾ ਉੱਪਰ ਹੋ ਗਿਆ, ਬੀ ਬਾਹਰ ਆ ਗਿਆ, ਉੱਪਰਲੀ ਪਰਤ ਜਿਹੜੀ ਹੈ ਬਰਾਊਨ ਇਹ ਟੁੱਟ ਕੇ ਡਿੱਗੀ ਥੱਲੇ ਤੇ ਇਹ 'ਚੋਂ ਪੱਤੇ ਨਿਕਲਣੇ ਸ਼ੁਰੂ ਹੋ ਗਏ। ਜੜ੍ਹਾਂ ਵੱਡੀਆਂ ਹੋਈ ਜਾ ਰਹੀਆਂ, ਇਹਨਾਂ ਨੇ ਆਪਣੀ ਗ੍ਰਿਪ, ਆਪਣੀ ਪਕੜ ਮਿੱਟੀ 'ਚ ਪੱਕੀ ਕਰ ਲਈ ਤੇ ਇਹ ਪਹਿਲੇ ਪੱਤੇ ਸੀਗੇ ਤੇ ਹੁਣ ਅਗਲੇ ਪੱਤੇ ਨਿਕਲਣੇ ਸ਼ੁਰੂ ਹੋ ਗਏ। ਤੇ ਇਸ ਤਰ੍ਹਾਂ ਬੱਚਿਓ ਬੀਜ ਜਿਹੜਾ ਹੈ ਉਹ ਬੂਟੇ ਦਾ ਰੂਪ ਲੈਂਦਾ ਹੈ। ਆਓ ਹੁਣ ਅਸੀਂ ਜਿਹੜੀ ਤਸਵੀਰ ਹੈ ਇਹਦਾ ਵੇਰਵਾ ਸ਼ਬਦਾਂ ਦੇ ਵਿੱਚ ਕਰੀਏ। ਕਹਿੰਦੇ ਜਰਮੀਨੇਸ਼ਨ, ਜਰਮੀਨੇਸ਼ਨ ਕੀ ਹੁੰਦਾ ਬੱਚਿਓ? ਜਰਮੀਨੇਸ਼ਨ ਹੈਗੀ ਏ ਉਹ ਪ੍ਰਕਿਰਿਆ ਜੋ ਬੀਜ ਤੋਂ ਬੂਟੇ ਦੇ ਬਣਨ ਦੀ ਪ੍ਰਕਿਰਿਆ ਨੂੰ ਜਰਮੀਨੇਸ਼ਨ ਕਹਿੰਦੇ ਨੇ। ਕਹਿੰਦੇ ਜਰਮੀਨੇਸ਼ਨ ਰਿਕੁਆਇਰਸ, ਜਿਹੜਾ ਜਰਮੀਨੇਸ਼ਨ ਹੈ ਬੱਚਿਓ ਇਹ ਕੀ ਮੰਗ ਕਰਦਾ ਹੈ? ਜਰਮੀਨੇਸ਼ਨ ਮੰਗ ਕਰਦਾ ਹੈ ਸਨਲਾਈਟ, ਸਨਲਾਈਟ ਦੀ ਮੰਗ ਕਰਦਾ ਹੈ, ਅਰਥਾਤ ਧੁੱਪ ਦੀ, ਹੀਟ ਗਰਮੈਸ਼ ਦੀ, ਵਾਟਰ ਪਾਣੀ ਦੀ, ਐਂਡ ਏਅਰ ਹਵਾ। ਫॉर द सीड टू टर्न इनटू अ प्लांट, ਅਰਥਾਤ ਬੀਜ ਦੇ ਬੂਟੇ ਬਣਨ ਲਈ ਜੋ ਜਰਮੀਨੇਸ਼ਨ ਦੀ ਪ੍ਰਕਿਰਿਆ ਹੈ ਉਹਦੇ ਲਈ ਧੁੱਪ ਚਾਹੀਦੀ ਹੈ, ਗਰਮੀ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਹਵਾ ਚਾਹੀਦੀ ਹੈ, ਇਹ ਤੋਂ ਬਿਨਾਂ ਨਹੀਂ ਹੋਏਗਾ। ਦੀ ਸੀਡ ਕੋਟ, ਕੋਟ ਮੈਨੇ ਸੀਡ ਦਾ ਜੋ ਕੋਟ ਹੈ ਉਹਦੀ ਬਾਹਰਲੀ ਪਰਤ ਹੈ, ਜਿਹੜੀ ਬਾਹਰਲੀ ਪਰਤ ਹੈ ਉਹਨੂੰ ਕੋਟ ਵੀ ਕਹਿੰਦੇ ਆ। ਇੱਕ ਤੇ ਕੋਟ ਅਸੀਂ ਪਾਉਂਦੇ ਹਾਂ, ਜੈਕਟ ਕੋਟ ਪਾਉਂਦੇ ਹਾਂ, ਤੇ ਬੀਜ ਦੇ ਉੱਪਰਲੀ ਜਿਹੜੀ ਪਰਤ ਹੈਗੀ ਹੈ ਉਹਨੂੰ ਅਸੀਂ ਕੋਟ ਕਹਿੰਦੇ ਹਾਂ। ਦੀ ਸੀਡ ਕੋਟ ਹੈਜ਼ ਟਾਈਨੀ ਹੋਲਸ, ਬਹੁਤ ਬਰੀਕ ਛੇਕ ਹੁੰਦੇ ਨੇ, ਔਰ ਪੋਰਸ, ਠੀਕ ਹੈ, ਥਰੂ ਵਿਚ ਵਾਟਰ ਐਂਡ ਏਅਰ ਕੈਨ ਐਂਟਰ, ਜਿਨ੍ਹਾਂ ਰਾਹੀਂ ਪਾਣੀ ਅਤੇ ਹਵਾ ਪ੍ਰਵੇਸ਼ ਕਰ ਸਕਦੇ ਹਨ। ਦੀ ਸੋਇਲ ਮਸਟ ਬੀ ਪੋਰਸ, ਜਿਹੜੀ ਮਿੱਟੀ ਹੈ ਉਹ ਵੀ
ਵਿੱਚ ਰੇਤਾ ਦਾ ਅੰਸ਼ ਵੀ ਹੋਣਾ ਚਾਹੀਦਾ, ਬਹੁਤ ਚੀਕਣੀ ਨਹੀਂ ਹੋਣੀ ਚਾਹੀਦੀ, ਸੀਮੈਂਟ ਵਰਗੀ ਨਹੀਂ ਹੋਣੀ ਚਾਹੀਦੀ, ਨਹੀਂ ਤੇ ਪਾਣੀ ਥੱਲੇ ਜਾਏਗਾ ਨਹੀਂ। ਪੋਰਸ ਮੈਨੇ ਜਿਹੜੀ ਰੇਤਾ ਹੈ ਬੱਚਿਓ ਉਹ ਵੀ ਛੇਕਾਂ ਵਾਲੀ ਹੋਣੀ ਚਾਹੀਦੀ, ਅਰਥਾਤ ਉਹ 'ਚ ਬਿਰਲ ਹੋਣੀ ਚਾਹੀਦੀ, ਪਾਣੀ ਜੇ ਉੱਤੋਂ ਦੀ ਪਾਇਆ ਜਾਵੇ ਤੇ ਪਾਣੀ ਸਿਮ ਕੇ ਮਿੱਟੀ ਰਾਹੀਂ ਥੱਲੇ ਚਲਾ ਜਾਵੇ, ਉਹਨੂੰ ਕਹਿੰਦੇ ਪੋਰਸ। ਠੀਕ ਹੈ, ਪੋਰਸ ਮੈਨੇ ਸੁਰਾਖ, ਛੇਕ। ਦੀ ਸੋਇਲ ਮਸਟ ਬੀ ਪੋਰਸ, ਕਾਹਦੇ ਲਈ? ਫॉर ਵਾਟਰ ਐਂਡ 에ਅਰ ਟੂ ਐਂਟਰ, ਤਾਂ ਕਿ ਪਾਣੀ ਅਤੇ ਹਵਾ ਉਹ 'ਚ ਜਾ ਸਕਣ, ਐਂਡ ਰੀਚ ਦੀ ਸੀਡ, ਅਤੇ ਹਵਾ ਤੇ ਪਾਣੀ ਬੀਜ ਤੱਕ ਪਹੁੰਚ ਸਕਣ, ਤੇ ਬੀਜ ਤੱਕ ਪਹੁੰਚਣਗੇ ਤੇ ਬੀਜ ਦੇ ਕੋਟ ਦੇ ਸੁਰਾਖ ਵਿੱਚੋਂ ਫਿਰ ਬੀਜ ਦੇ ਅੰਦਰ ਜਾਣਗੇ। ਦੀ ਸੀਡ ਐਬਜ਼ੌਰਬਸ ਮੋਰ ਐਂਡ ਮੋਰ ਵਾਟਰ, ਜਿਹੜਾ ਬੀਜ ਹੈਗਾ ਉਹ ਜ਼ਿਆਦਾ ਤੋਂ ਜ਼ਿਆਦਾ ਪਾਣੀ ਸੋਖੀ ਜਾਂਦਾ ਹੈ। ਸਵੈਲਸ ਅਪ ਮੈਨੇ ਸੁੱਜ ਜਾਂਦਾ ਹੈ, ਅਰਥਾਤ ਫੁੱਲ ਜਾਂਦਾ ਹੈ। ਐਂਡ ਬਰਸਟਸ, ਤੇ ਫੁੱਲ ਕੇ ਫਿਰ ਫੁੱਟ ਜਾਂਦਾ ਹੈ। ਵੰਸ ਦੀ ਸੀਡ ਕੋਟ ਬਰਸਟ ਓਪਨ, ਇੱਕ ਵਾਰੀ ਜਦੋਂ ਸੀਡ ਦੀ ਬਾਹਰਲੀ ਪਰਤ ਜਿਹੜੀ ਏ ਉਹ ਫੁੱਟ ਕੇ ਖੁੱਲ ਜਾਂਦੀ ਏ, ਅ ਰੂਟ ਇਮਰਜਿਸ, ਇਮਰਜ ਹੁੰਦਾ ਬਾਹਰ ਆਉਣਾ, ਰੂਟ ਮੈਨੇ ਜੜ, ਇੱਕ ਜੜ ਬਾਹਰ ਆਉਂਦੀ ਹੈ ਜਿਹੜੀ ਅਸੀਂ ਤਸਵੀਰ ਵਿੱਚ ਦੇਖੀ। ਦੀ ਰੂਟ ਬਿਗਿਨਸ ਟੂ ਐਬਜ਼ੌਰਬ ਵਾਟਰ, ਹੁਣ ਜਿਹੜੀ ਜੜ ਹੈਗੀ ਏ ਉਹ ਪਾਣੀ ਸੋਖਣਾ ਸ਼ੁਰੂ ਕਰਦੀ ਏ, ਐਂਡ ਨਿਊਟਰੀਐਂਟਸ, ਅਤੇ ਪੌਸ਼ਟਿਕ ਤੱਤ ਲੈਣਾ ਸ਼ੁਰੂ ਕਰਦੀ ਏ, ਕਿੱਥੋਂ? ਫਰੋਮ ਦੀ ਸੋਇਲ। ਪਹਿਲਾਂ ਤੇ ਪਾਣੀ ਤੇ ਹਵਾ ਰਾਹੀਂ ਅੰਦਰ ਗਿਆ ਬੀਜ ਦੇ, ਹੁਣ ਜਿਹੜੀ ਜੜ ਹੈਗੀ ਏ ਉਹ ਸਿੱਧਾ ਮਿੱਟੀ ਤੋਂ ਪਾਣੀ ਅਤੇ ਖੁਰਾਕ ਲੈਣਾ ਸ਼ੁਰੂ ਕਰ ਦਿੰਦੀ ਹੈ। ਫਿਰ ਕਹਿੰਦੇ ਆਫਟਰ ਦਿਸ, ਇਸ ਮਗਰੋਂ ਦੀ ਸਟੈਮ ਅਪੀਅਰਸ, ਸਟੈਮ ਮੈਨੇ ਤਣਾ, ਉਹ ਹਰਾ ਤਣਾ ਸਭ ਤੋਂ ਛੋਟਾ, ਜਿਹੜਾ ਮੁੱਢਲਾ ਤਣਾ ਨਿਕਲਦਾ ਜਿਹੜਾ ਬਾਅਦ ਚੋਂ ਮੋਟਾ ਹੋ ਜਾਂਦਾ ਹੈ। ਦੀ ਸਟੈਮ ਅਪੀਅਰਸ, ਸਟੈਮ ਮੈਨੇ ਤਣਾ ਨਿਕਲਦਾ ਹੈ ਪਤਲਾ, ਗਰੋਜ਼ ਵੱਡਾ ਹੁੰਦਾ ਹੈ, ਐਂਡ ਰੀਚਿਸ ਅਬਵ ਦੀ ਗਰਾਊਂਡ, ਅਤੇ ਉਹ ਗਰਾਊਂਡ ਮੈਨੇ ਜਿਹੜੀ ਮਿੱਟੀ ਦੀ ਉੱਪਰਲੀ ਪਰਤ ਹੈਗੀ ਹੈ, ਮਿੱਟੀ ਦੀ ਉੱਪਰਲਾ ਜਿਹੜਾ ਤਲ ਹੈਗਾ ਉਹ ਤੋਂ ਮਿੱਟੀ ਨੂੰ ਫਾੜ ਕੇ ਬਾਹਰ ਆ ਜਾਂਦਾ ਹੈ, ਉੱਪਰ ਆ ਜਾਂਦਾ ਹੈ। ਦੈਨ ਦੀ ਫਸਟ ਲੀਵਸ ਅਪੀਅਰ, ਤੇ ਫਿਰ ਕੀ ਹੁੰਦਾ ਹੈ? ਪਹਿਲੀਆਂ ਪੱਤੀਆਂ ਜਿਹੜੀਆਂ ਨੇ ਉਹ ਪ੍ਰਗਟ ਹੁੰਦੀਆਂ ਹਨ। ਐਂਡ ਦੀ ਪਲਾਂਟ ਕੈਨ ਪ੍ਰੋਡਿਊਸ ਇਟਸ ਫੂਡ ਥਰੂ ਫੋਟੋਸਿੰਥੇਸਿਸ, ਹੁਣ ਕਿਉਂਕਿ ਬੱਚੋ ਬੂਟਾ ਆ ਗਿਆ, ਪੱਤੀਆਂ ਆ ਗਈਆਂ, ਪੱਤੀਆਂ ਹਰੇ ਰੰਗ ਦੀਆਂ ਹੁੰਦੀਆਂ ਨੇ, ਤੇ ਹਰੇ ਰੰਗ ਦਾ ਮਤਲਬ ਕੀ ਹੈਗਾ ਕਿ ਉਹਦੇ ਵਿੱਚ ਇੱਕ ਪਿਗਮੈਂਟ ਹੈਗੀ ਹੈ ਜਿਹਨੂੰ ਕਹਿੰਦੇ ਕਲੋਰੋਫਿਲ। ਠੀਕ ਹੈ, ਤੁਸੀਂ ਆਪਣੀ 7ਵੀਂ ਦੀ ਕਿਤਾਬ ਦੀ ਵਿਗਿਆਨ ਦੀ ਕਿਤਾਬ 'ਚ ਪੜ੍ਹਿਆ ਹੋਣਾ, ਉਹ 'ਚ ਕਲੋਰੋਫਿਲ ਹੁੰਦੀ ਹੈ, ਤੇ ਕਲੋਰੋਫਿਲ ਦੀ ਸਹਾਇਤਾ ਦੇ ਨਾਲ ਤੇ ਧੁੱਪ ਦੀ ਸਹਾਇਤਾ ਦੇ ਨਾਲ ਫਿਰ ਬੂਟਾ ਆਪਣਾ ਖਾਣਾ ਆਪ ਬਣਾਉਣਾ ਸ਼ੁਰੂ ਕਰ ਦਿੰਦਾ ਹੈ, ਤੇ ਉਸ ਪ੍ਰਕਿਰਿਆ ਨੂੰ ਕਹਿੰਦੇ ਨੇ ਫੋਟੋਸਿੰਥੇਸਿਸ, ਤੇ ਫਿਰ ਇਹਦਾ ਬੂਟਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਦੈਨ ਦੀ ਫਸਟ ਲੀਵਸ ਅਪੀਅਰ ਐਂਡ ਦੀ ਪਲਾਂਟ ਕੈਨ ਪ੍ਰੋਡਿਊਸ ਮੈਨੇ ਪਲਾਂਟ ਬੂਟਾ ਪੈਦਾ ਕਰ ਸਕਦਾ ਹੈ, ਇਟਸ ਫੂਡ ਆਪਣਾ ਖਾਣਾ, ਥਰੂ ਫੋਟੋਸਿੰਥੇਸਿਸ ਦੀ ਪ੍ਰਕਿਰਿਆ ਦੁਆਰਾ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਐਕਟੀਵਿਟੀਜ਼ 10 ਅਤੇ 11 ਦੂਜੀਆਂ ਇੱਕ ਦੂਜੇ ਨਾਲ ਜੁੜਦੀਆਂ ਸੀਗੀਆਂ। ਸੋ ਦੋਨੋਂ ਐਕਟੀਵਿਟੀਜ਼ ਨੂੰ ਅਸੀਂ ਇੱਕੋ ਹੀ ਵੀਡੀਓ ਵਿੱਚ ਕੀਤਾ ਹੈ, ਤੇ ਬੜਾ ਜਾਣਕਾਰੀ ਭਰਪੂਰ ਅੰਗਰੇਜ਼ੀ ਦਾ ਅਭਿਆਸ ਵੀ ਹੋ ਗਿਆ, ਤੇ ਵਿਗਿਆਨ ਦੀਆਂ ਗੱਲਾਂ ਵੀ ਸਾਨੂੰ ਸਿੱਖਣ ਨੂੰ ਮਿਲ ਗਈਆਂ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਨਾਲ, ਮਿਹਨਤ ਨਾਲ ਆਪਣੀ ਪੜ੍ਹਾਈ ਕਰੀ ਚਲੋ। ਵਾਹਿਗੁਰੂ ਤੁਹਾਨੂੰ ਖੂਬ ਤਰੱਕੀਆਂ ਬਖਸ਼ੇ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।